ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ ਭਾਗ ਪੰਜਵਾਂ ਪੌੜੀ ਪਹਿਲੀ। ਸੋਚੇ ਸੋਚ ਨਾ ਹੋਵਈ, ਜੇ ਸੋਚੀ ਲਖ ਵਾਰ। ਚੁੱਪੇ ਚੁੱਪ ਨਾ ਹੋਵਈ, ਜੇ ਲਾਏ ਰਹਾਂ ਲਿਵਤਾਰ। ਭੁਖਿਆਂ ਭੁਖ ਨ ਉਤਰੀ, ਜੇ ਬੰਨਾ ਪੁਰੀਆਂ ਪਾਰ। ਸਹਿ ਸਿਆਣਪਾਂ ਲਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਕੀ ਸਮਝਾਉਂਦੇ ਆ ਸਤਿਗੁਰੂ? ਪਿੱਛੇ ਆਪਾਂ ਚੌਥੇ ਭਾਗ 'ਚ ਕੁਦਰਤ ਦੇ ਰੂਪ ਬਾਰੇ ਵਿਚਾਰਿਆ ਸੀ। ਇੱਥੋਂ ਜੀਵਾਤਮਾ ਬਾਰੇ ਸਤਿਗੁਰੂ ਸਮਝਾ ਰਹੇ ਨੇ। ਸੋਚੇ ਸੋਚ ਨਾ ਹੋਵਈ, ਜੇ ਸੋਚੀ ਲਖ ਵਾਰ। ਐਸੀ ਕੋਈ ਵਿਧੀ ਨਹੀਂ ਸੰਸਾਰ ਦੇ ਵਿੱਚ, ਸੰਸਾਰੀ ਕੰਮਾਂ ਦੀ, ਧਰਮ ਦੀ, ਜਿਹੜੀ ਸਾਡੀ ਸੋਚਣ ਨਾਲ ਪ੍ਰਾਪਤੀ ਹੋ ਜਾਵੇ। ਪਰ ਫਿਰ ਵੀ ਪਿੱਛੇ ਤੋਂ ਜੋ ਪ੍ਰਚਲਿਤ ਮੱਤਾਂ ਚੱਲਦੀਆਂ ਸੀ, ਸਰੀਰ ਕਰਕੇ ਭਗਤੀਆਂ, ਘਰ-ਬਾਰ ਛੱਡ ਕੇ ਚਲੇ ਜਾਣਾ, ਧਰਮ ਕਰਮ ਜਿੰਨੇ ਵੀ ਸੀ ਸਾਰੇ ਸਰੀਰ ਕਰਕੇ ਅਸੀਂ ਕਰਦੇ ਆਏ ਔਰ ਕਰਦੇ ਹੀ ਰਹੂਗਾ ਸੰਸਾਰ ਜਦ ਤੱਕ ਇਹ ਕੁਦਰਤ ਦਾ ਖੇਲ ਚੱਲ ਰਿਹਾ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਕੋਈ ਸਤਿਗੁਰੂ ਸਮਝਾਉਂਦੇ ਨੇ, ਅਨੇਕਾਂ ਭਗਤੀਆਂ ਨੇ ਜਨਮ ਲਿਆ। ਕਾਹੂ ਬੋਲ ਨਾ ਪਹੁੰਚਤ ਪ੍ਰਾਣੀ, ਅਗੰਮ ਗੋਚਰ ਪ੍ਰਭ ਨਿਰਵਾਣੀ। ਹੈ ਜੀਵ, ਤੂੰ ਕਿਸੇ ਵਿਧੀ ਨਾਲ ਕੁਦਰਤ ਦਾ ਦਰਸ਼ਨ ਨਹੀਂ ਕਰ ਸਕਦਾ, ਕੁਦਰਤ ਦੇ ਚਰਨਾਂ ਤੱਕ ਨਹੀਂ ਪਹੁੰਚ ਸਕਦਾ। ਪਰ ਅਸੀਂ ਆਪਦੀ ਮੱਤ ਅਨੁਸਾਰ ਜਦੋਂ ਜਿਹੇ 'ਚ ਲੱਗੇ ਰਹਿਣੇ, ਜਾਨੂੰ ਸਮਾਂ ਨਿਕਲ ਜਾਂਦਾ। ਅਸੀਂ ਕੋਈ ਵੀ ਕੰਮ ਕਰਨ ਜਾਈਏ, ਸੰਸਾਰੀ ਭਾਵ ਲਈਏ ਆਪਾਂ, ਜੇ ਉਹ ਕੰਮ ਨੂੰ ਆਪਾਂ ਸਮਝਾਂਗੇ, ਸੁਣਾਂਗੇ, ਵਿਚਾਰਾਂਗੇ, ਫਿਰ ਹੀ ਉਹਦੀ ਪ੍ਰਾਪਤੀ। ਜੇ ਸੋਚਣ ਲੱਗ ਜਾਈਏ, ਅਸੀਂ ਉਹਨੂੰ ਸੁਣਨ ਵਾਲਾ ਸੋਚਣ ਲੱਗ ਜਾਵੇ, ਤਾਂ ਉਹਦੀ ਕਿਵੇਂ ਪ੍ਰਾਪਤੀ ਹੋਊਗੀ? ਇਹ ਵਿਧੀਆਂ ਨੇ ਜਨਮ ਲਿਆ, ਪਰ ਆਪਣੀ ਵਿਧੀ ਕੀ ਹੈ? ਵਿਚਾਰ, ਗੁਰ ਕੀ ਸੇਵਾ, ਸ਼ਬਦ ਵਿਚਾਰ। ਪਿੱਛੇ ਆਪਾਂ ਜਪ ਦੀ ਵਿਚਾਰ ਲਈ ਹੈ। ਸਤਿਗੁਰਾਂ ਦੇ ਵਚਨ ਲੈ ਲਈਏ ਪੰਚਮ ਪਾਤਸ਼ਾਹ ਦੇ। ਸਾਰੰਗ ਮਹੱਲਾ ਪੰਜਵਾਂ। ਆਇਆ ਸੁਣ ਪੜ੍ਹਨ ਕੋ ਬਾਣੀ, ਆਇਓ ਸੁਣ ਪੜ੍ਹਨ ਕੋ ਬਾਣੀ। ਨਾਮ ਵਿਸਾਰ ਲੱਗੇ, ਅਨਲਾਲਚ ਬਿਰਥਾ ਜਨਮ ਪ੍ਰਾਣੀ। ਸੁਣਨ ਆਏ ਸੀ, ਸੋਚਣ ਲੱਗ ਗਏ। ਸੋਚਣ ਨਾਲ ਇੱਛਾ ਪੈਦਾ ਹੁੰਦੀਆਂ ਨੇ, ਚਿੰਤਾ ਪੈਦਾ ਹੁੰਦੀ ਹੈ। ਅੱਖਾਂ ਦੇਖਦੀਆਂ ਨੇ, ਕੋਈ ਚੀਜ਼ ਦੀ ਇੱਛਾ ਪੈਦਾ ਕਰ ਲੈਂਦੀਆਂ ਨੇ, ਪਰ ਸਾਡੀ ਖਿਆਲ ਨਾਲ, ਸੋਚਣ ਨਾਲ ਤਾਂ ਇਹ ਪ੍ਰਾਪਤੀ ਨਹੀਂ ਹੁੰਦੀ ਹੈਗੀ। ਕੋਈ ਵੀ ਐਸੀ ਵਿਧੀ ਨਹੀਂ, ਸੰਸਾਰੀ ਪੜ੍ਹਾਈ ਲਾ ਲਈਏ, ਸੰਸਾਰੀ ਕੰਮਕਾਰ ਵੀ ਲਾ ਲਈਏ, ਅਸੀਂ ਇਹ ਵਿਧੀਆਂ ਨਾਲ ਪ੍ਰਾਪਤ ਕਰੀਏ, ਕਦੇ ਵੀ ਨਹੀਂ ਹੁੰਦਾ ਹੈਗਾ। ਕਮਾਈ ਕਰਾਂਗੇ ਉਹਦੀ, ਫਿਰ ਹੀ ਪ੍ਰਾਪਤੀ ਹੈ। ਉਹੀ ਬਾਣੀ ਨੇ ਸਾਰੇ ਧਰਮਾਂ ਨੂੰ ਸਮਝਾਇਆ। ਗੁਰੂ ਭਗਤ ਸਾਹਿਬਾਨਾਂ ਨੇ ਸੰਸਾਰ ਨੂੰ ਉਪਦੇਸ਼ ਦਿੱਤਾ। ਅੱਜ ਆਪਣੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ, ਆਪਾਂ ਗੁਰ ਕੇ ਚਰਨ ਬਾਣੀ ਦੇ ਲੜ ਲੱਗਣਾ ਹੈ। ਇਹਦੀ ਵਿਚਾਰਧਾਰਾ ਨਾਲ ਆਪਾਂ ਜੁੜਨਾ, ਫਿਰ ਆਪਾਂ ਨੂੰ ਪ੍ਰਾਪਤੀ ਹੋਣੀ ਹੈ। ਇਹ ਸੁਣਨ ਦੀ ਵਿਧੀ ਹੈ। ਜਿਵੇਂ ਬੱਚੇ ਸਕੂਲ ਜਾਂਦੇ, ਸੁਣਦੇ ਨੇ ਟੀਚਰਾਂ ਨੂੰ, ਫਿਰ ਉਹ ਜਿਹੜੇ ਸਮਝਦੇ ਨੇ, ਵਿਚਾਰਦੇ ਨੇ, ਉਹ ਪਾਰ ਨਿਕਲ ਜਾਂਦੇ ਨੇ। ਇਵੇਂ ਧਰਮ ਹੈ। ਇਹ ਧਰਮ ਦੀ ਦੁਨੀਆ 'ਚ ਆਪਾਂ ਪਹੁੰਚਣਾ ਵਾ, ਸੱਚਖੰਡ ਪਹਿਲਾਂ ਦੇਵਲੋਕ ਧਿਆਨ ਕਰਕੇ, ਪਰ ਅਸੀਂ ਤਾਂ ਸੋਚਣ ਲੱਗ ਜਾਂਗੇ, ਫਿਰ ਕਿਵੇਂ ਪਹੁੰਚਾਂਗੇ? ਇਹ ਸੋਚਣ ਦੀਆਂ ਵਿਧੀਆਂ ਪਿੱਛੇ ਤੋਂ ਚੱਲਦੀਆਂ ਆਈਆਂ ਨੇ। ਖਿਆਲ ਪੈਦਾ ਹੋਏ, ਜਿਵੇਂ ਇਸਲਾਮ ਦੇ ਖਿਆਲ ਪੈਦਾ ਹੋਏ ਵੀ ਇਹ ਜੀਵ ਮਰਦਾ ਹੀ ਨਹੀਂ, ਕਬਰਾਂ 'ਚ ਜਿੰਦਾ ਪਿਆ ਵਾ। ਖਿਆਲ ਨੇ, ਸੱਚ ਨਹੀਂ ਹੈਗਾ। ਸੱਚ ਤਾਂ ਬਾਣੀ ਤੋਂ ਪਤਾ ਲੱਗਣਾ ਆਪਾਂ। ਸੁਣਨ ਦੀ ਵਿਧੀ ਹੈ, ਸੁਣ ਕੇ ਵਿਚਾਰਨਾ। ਆਇਓ ਸੁਣ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ, ਅਨਲਾਲਚ ਬਿਰਥਾ ਜਨਮ ਪ੍ਰਾਣੀ। ਉਹ ਸੋਚਣ ਦੇ ਵਿੱਚ ਅਸੀਂ ਨਾਮ ਨੂੰ ਭੁੱਲ ਗਏ, ਹੁਕਮ ਨੂੰ ਭੁੱਲ ਗਏ, ਜਿਹਦੀ ਖਾਤਰ ਸਾਨੂੰ ਮਨੁੱਖਾ ਦੇਹੀ ਮਿਲੀ ਸੀ। ਰਹਾਓ ਸਮਝ ਅਚੇਤ, ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ। ਅਕਥ ਕਹਾਣੀ ਹੈ ਭਾਈ, ਅਕਥ ਕਥਾ ਹੁੰਦੀ ਹੈ ਕਥਨ ਤੋਂ ਪਰੇ, ਜਿਹੜੀ ਸਾਡੀ ਮਨਬੁੱਧੀ ਦਾ ਵਿਸ਼ਾ ਨਾ ਹੋਵੇ। ਗੁਰੂ ਭਗਤ ਸਾਹਿਬਾਨਾਂ ਨੇ ਕਥਨ ਕਰਕੇ ਆਪਾਂ ਨੂੰ
ਅੱਖਰੀ ਰੂਪ ਬਾਣੀ ਰੂਪ ਦਿੱਤਾ। ਅੱਖਰਾਂ ਸਿਰ ਸੰਯੋਗ ਵਿਖਾਣ ਆਪਾਂ ਨੂੰ ਅੱਗੇ ਆ ਜਾਣਾ ਵਾ। ਇਹ ਵਿਧੀ ਹੈ ਸੰਯੋਗ ਜੁੜਨ ਦੀ। ਜਿਹੜਾ ਇਹਨੂੰ ਸੁਣ ਰਿਹਾ ਵਿਚਾਰ ਰਿਹਾ ਉਹਦਾ ਸੰਯੋਗ ਹੋ ਰਿਹਾ ਜੁੜ ਰਿਹਾ, ਕੋਈ ਵੀ ਹੋ ਸਕਦਾ ਹੈ। ਸਮਝ ਚੇਤ ਮਨ ਮੇਰੇ ਕਥੀ ਸੰਤਨ ਕਥ ਕਹਾਣੀ, ਲਾਭ ਲਿਓ ਹਰ ਹਿਰਦੇ ਅਰਾਧੋ ਛੁਟਕੇ ਆਵਣ ਜਾਣੀ। ਸੰਸਾਰ ਤੋਂ ਆਉਣ ਜਾਣ ਦਾ ਛੁਟਕਾਰਾ ਆਪਾਂ ਹੁਣ ਪਾਉਣਾ, ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ ਜਾਏ। ਪਰ ਜੇ ਆਪਾਂ ਸੋਚਣ ਲੱਗ ਜਾਾਂਗੇ ਫਿਰ ਕਿਵੇਂ ਪਹੁੰਚਾਂਗੇ। ਲਾਭ ਲਿਓ ਹਰ ਹਿਰਦੇ ਅਰਾਧੋ ਛੁਟਕੇ ਆਵਣ ਜਾਣੀ। ਉਹ ਹਰ ਕੀ ਹੈ? ਉਹੀ ਤਾਂ ਕਥਾ ਹੈ ਬਾਣੀ ਭਾਈ। ਸਮਝਾਉਂਦੇ ਸਤਿਗੁਰ ਆਪਾਂ ਨੂੰ, ਸਭ ਤੇ ਉੱਤਮ ਹਰ ਕੀ ਕਥਾ, ਨਾਮ ਸੁਣਤ ਦਰ ਦੁੱਖ ਲੱਥਾ। ਨਾਮ ਤਾਂ ਐਸੀ ਸ਼ਕਤੀ ਹੈ, ਆਪਾਂ ਸੁਣਦੇ ਵਿਚਾਰਦੇ ਉਹਨੂੰ। ਨਾਮ ਕੀ ਹੈ? ਸੰਸਾਰ 'ਚ ਸਾਡਾ ਛੁਟਕਾਰਾ ਹੋ ਜਾਣਾ ਵਾ। ਛੁਟਕੇ ਆਵਣ ਜਾਣੀ, ਉਦਮ ਸਕਤ ਸਿਆਣਪ ਤੁਮਰੀ ਦੇ ਤਾਂ ਨਾਮ ਬਖਾਣੀ। ਇਹ ਸਾਰਾ ਕੁਝ ਦਾਤਾ ਤੇਰੇ ਹੀ ਹੈ, ਤੂੰ ਹੀ ਮਤ ਬਖਸ਼ੇ, ਕਿਰਪਾ ਰਹਿਮਤ ਕਰੇ ਤਾਂ ਜੀਵ ਨੂੰ ਸਮਝ ਆਉਂਦੀ ਹੈ। ਉਹ ਕਿਰਪਾ ਆਪਾਂ ਲੈਣੀ, ਆਪਣੀ ਸਿਆਣਪ ਚੱਲਦੀ ਨਹੀਂ ਹੈਗੀ। ਸਹੀ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਾਣੀ। ਉਹੀ ਭਗਤ ਨੇ ਜਿਹੜੇ ਉਹਦੇ ਭਾਣੇ ਚੱਲਦੇ ਨੇ, ਹੁਕਮ 'ਚ ਰਹਿੰਦੇ ਨੇ। ਇਹ ਵਿਧੀ ਆਪਾਂ ਵੀ ਬਣਾਉਣੀ ਆ। ਉਹੀ ਸਤਿਗੁਰਾਂ ਨੇ ਸਮਝਾਇਆ, ਸੋਚੇ ਸੋਚ ਨਾ ਹੋਵੀ ਜੇ ਸੋਚੀ ਲਖਵਾਰ, ਚੁੱਪੇ ਚੁੱਪ ਨਾ ਹੋਈ ਜੇ ਲਾਏ ਰਹਾ ਲਿਵਤਾਰ। ਫਿਰ ਵਿਧੀਆਂ ਨੇ ਜਨਮ ਲਿਆ, ਮੌਨ ਧਾਰ ਲੈਂਦੇ ਸੀਗੇ, ਪਰ ਮਨ ਤਾਂ ਚੁੱਪ ਨਹੀਂ ਕਰਦਾ। ਮਨ ਦਾ ਚੁੱਪ ਕਰ ਜਾਣਾ ਗੁਰ ਸ਼ਬਦ ਦਾ ਗਿਆਨ। ਗਿਆਨ ਕਾ ਵੱਧਾ ਮਨ ਰਹੇ, ਗੁਰ ਬਿਨ ਗਿਆਨ ਨਾ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ, ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ। ਮਨ ਦੀ ਭੁੱਖ ਤਾਂ ਨਾਮ ਹੈ। ਸੰਸਾਰ ਦਾ ਨੂੰ ਰਾਜਾ ਬਣਾ ਦਈਏ, ਚਾਰੇ ਪੁਰੀਆਂ ਦਾ ਮਾਲਕ ਬਣਾ ਦਈਏ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕੋ ਨਾਮ ਜਪਤ ਹੋਏ ਸੁਖੀਆ। ਸੁਖਣੀ ਸਤਿਗੁਰਾਂ ਨੇ ਸਮਝਾਇਆ, ਸੁੱਖ ਤਾਂ ਸਾਨੂੰ ਨਾਮ ਦੀ ਪ੍ਰਾਪਤੀ 'ਚ ਆ ਕੇ ਹੋਣਾ। ਨਾਮ ਕੀ ਆ? ਉਹੀ ਤਾਂ ਸਮਝਣਾ ਆ ਆਪਾਂ। ਨਾਮ ਕੀ ਆ? ਹੁਕਮ। ਨਾਮੇ ਉਤਪਤ ਨਾਮੇ ਪਰਲ। ਉਹ ਤਾਂ ਸ਼ਕਤੀ ਹੈ ਸ੍ਰਿਸ਼ਟੀ ਜਿਹਦੇ ਨਾਲ ਪੈਦਾ ਹੁੰਦੀ, ਉਹੀ ਤਾਂ ਪ੍ਰਤਿਪਾਲਕ ਹੈ ਸ੍ਰਿਸ਼ਟੀ ਦਾ। ਜੁਗਾਦ ਸੱਚ ਪਿੱਛੇ ਆਪਾਂ ਪੜ੍ਹਿਆ, ਕੁਦਰਤ ਦਾ ਰੂਪ ਸੱਚ ਜਦੋਂ ਹੁਕਮ ਪੈਦਾ ਕਰਦਾ ਫਿਰ ਤਾਂ ਸ੍ਰਿਸ਼ਟੀ ਸ਼ੁਰੂ ਹੁੰਦੀ। ਉਹੀ ਤਾਂ ਆਪਾਂ ਸਮਝਣ ਆਏ ਸੀ। ਭੁੱਖ ਪੈਦਾ ਕਰ ਲਈ ਮਾਇਆ ਦੀ, ਉਹ ਸਰੀਰ ਕਰਕੇ, ਉਹ ਵੀ ਉਹਦੀ ਦਾਤ ਹੈ। ਜਿਸ ਤਨ ਕੋ ਚਾਰ ਕੁੰਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ। ਉਹ ਵੀ ਦੀ ਕਿਰਪਾ ਰਹਿਮਤ ਨਹੀਂ ਮਿਲਦੀ ਹੈ। ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਜਿਵੇਂ ਅਸੀਂ ਸਿਆਣੇ ਬਣ ਜਾਂਦੇ ਹਾਂ, ਸੰਸਾਰ ਦੇ ਵਿੱਚ ਦੇਖ ਰਹੀਏ, ਇੰਨਾ ਕੁ ਤਾਂ ਆਪਾਂ ਨੂੰ ਗਿਆਨ ਹੁੰਦਾ ਹੀ ਆ। ਪਰ ਜਦੋਂ ਕਾਲ ਆਉਂਦਾ ਇੱਕ ਨਹੀਂ ਚੱਲਦੀ, ਫਿਰ ਕਾਹਦੀ ਸਿਆਣਪਾ ਭਾਈ। ਰਾਜਾ ਪਰਜਾ ਸੰਕਰ ਮਾਰੇ, ਐਸੋ ਕਾਲ ਬਡਾਨੀ ਦੇ। ਕਾਲ ਤਾਂ ਫਿਰ ਕਿਸੇ ਨੂੰ ਨਹੀਂ ਛੱਡਦਾ ਭਾਈ। ਫਿਰ ਸਿਆਣਪ ਸਾਡੀ ਇੱਕ ਨਹੀਂ ਚੱਲੀ ਹੈਗੀ, ਫਿਰ ਕਾਹਦੇ ਸਿਆਣੇ ਹੋਏ। ਹੋਈ ਨਿਮਾਣਾ ਜਗ ਰਹੇ ਦਰ ਕੀ ਮਾਣ ਨਿਮਾਣਾ। ਭਾਵੇਂ ਪਿੱਛੇ ਆਪਾਂ ਬਾਬਾ ਫਰੀਦ ਜੀ ਦੇ ਸਲੋਕ ਵਿਚਾਰੇ ਸੀ। ਨਿਵਣ ਸੁਅਖਰ ਖਵਣ ਗੁਣ ਜੇਬਾਂ ਮਣੀਆਂ ਮੰਤ। ਇਹ ਮਤ ਦਾ ਆਪਾਂ ਧਾਰਨੀ ਬਣਨਾ ਹੈ, ਇਹਦੀ ਪ੍ਰਾਪਤੀ ਕਰਨੀ ਹੈ। ਇਹ ਮਣੀਆਂ ਮੰਤ ਹੈ। ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾਂ ਇੱਕ ਦੇ ਵਜਾਈ, ਸਭਨਾ ਜੀਆਂ ਕੋ ਇੱਕ ਦਾਤਾ। ਇਹਦੇ ਵਿੱਚੋਂ ਗੁਰ ਸ਼ਬਦ ਦੇ ਗਿਆਨ ਦੀ ਲਾਈਟ ਨਾਲ ਆਪਾਂ ਨੂੰ ਗਿਆਨ ਦੀ ਜੋਤ ਨਾਲ ਸਾਰੀ ਖੇਡ ਸਮਝ ਆਉਣੀ ਹੈ ਵੀ ਸਾਰੇ ਜੀਆਂ ਦਾ ਇੱਕ ਹੀ ਦਾਤਾ ਵਾ। ਹੁਣ ਸਾਡੇ ਵੱਖਰੇ ਵੱਖਰੇ ਨੇ, ਸਾਡੀ ਸੋਚ ਕਰਕੇ ਫਿਰ ਇੱਕ ਮਤ ਹੋ ਜਾਣੀ ਆਪਣੀ। ਜਦੋਂ ਆਪਾਂ ਸਿਆਣਪ ਛੱਡ ਦਿੰਦੇ ਹਾਂ, ਮਨਬੁੱਧੀ ਸਿਆਣਪ ਛੱਡ ਦਿੰਦੇ ਨੇ, ਗੁਰ ਸ਼ਬਦ ਨਾਲ ਜੁੜ ਜਾਂਦੇ ਨੇ। ਗੁਰ ਕੀ ਮਤੁ ਲਿਹੋ ਇਆਣੇ, ਭਗਤੀ ਬਿਨਾ ਵੈ ਡੂਬੇ ਸਿਆਣੇ। ਸਿਆਣੇ ਦੀ ਗੱਲ ਆਈ, ਸਤਿਗੁਰਾਂ ਨੇ ਸਮਝਾਇਆ, ਸਹਿ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਭਾਈ ਤੂੰ ਕਿੱਡਾ ਵੀ ਸਿਆਣਾ ਬਣ ਜਾ, ਕਿੱਡੀ ਵੀ ਸਿਆਣ ਸੰਸਾਰ ਤੈਨੂੰ ਮੰਨਦਾ ਹੋਵੇ, ਪਰ ਨਹੀਂ, ਇੱਕ ਨਹੀਂ ਚੱਲਣੀ ਜਦੋਂ ਕਾਲ ਨੇ ਆਉਣਾ। ਕਿਵ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਕਿਵੇਂ ਜੀਵ ਸੱਚ ਨਾਲ ਜੁੜੇ, ਸਚਿਆਰ ਹੋਵੇ। ਕੂੜ ਇਹ ਝੂਠ ਦਾ ਸਰੀਰ, ਕੂੜ ਰਾਜਾ ਕੂੜ ਪਰਜਾ, ਸੰਸਾਰ ਦੀ ਵਡਿਆਈ, ਸੰਸਾਰ ਦੀ ਸੋਭਾ, ਉੱਚੇ ਰੁਤਬੇ, ਇਹ ਕਿਵੇਂ ਇਹ ਤੋਂ ਛੁਟਕਾਰਾ ਪਾਈਏ ਆਪਾਂ। ਕਿਉਂ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਝੂਠ ਨੂੰ ਸਾਡਾ, ਸੰਸਾਰ ਨੂੰ ਛੁਟਕਾਰਾ ਹੋਵੇ, ਦੁੱਖ ਸਾਗਰ ਅਸੀਂ ਪਾਰ ਕਰ ਜੀਏ। ਉਹ ਗੁਰ ਕੀ ਮੱਤ ਆਪਾਂ ਲੈਣੀ, ਸਿਆਣਪ ਆਪਣੀ ਨਹੀਂ ਚੱਲਣੀ ਹੈਗੀ। ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਤਮਾ ਦਾ ਪ੍ਰੀਤਮ ਤਾਂ ਫਿਰ ਮਾਇਆ ਤੋਂ ਪਾਰ ਹੈ ਭਾਈ। ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਥੀ ਵਿਹਰੇ। ਉੱਥੇ ਪਹੁੰਚਣਾ ਆਪਾਂ ਧਿਆਨ ਕਰਕੇ, ਪਰ ਆਪਾਂ ਨੂੰ ਤਾਂ ਹਲੇ ਗਿਆਨ ਹੀ ਨਹੀਂ ਹੋਇਆ। ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਹੋਣਾ, ਗਿਆਨ ਹੀ ਫਿਰ ਧਿਆਨ ਬਣਨਾ ਆਪਣਾ। ਧਿਆਨ ਨੇ ਜਾਣਾ ਜਿਨੀ ਨਾਮ ਤੇ ਆਇਆ। ਪਰ ਉਹ ਸ਼ਲੋਕ ਵੀ ਪੜ੍ਹਦੇ ਹਾਂ, ਗਏ ਮਸਕਤ ਕਾਲ ਨਾਨਕ ਤੇ ਕੁਝ ਲੈ ਕੀਤੀ ਛੁੱਟੀ ਨਾਲ। ਐਸੇ ਗੁਰਸਿੱਖਾਂ ਨਾਲ ਤਾਂ ਕਿੰਨੇ ਹੋਰ ਨਿਕਲ ਜਾਂਦੇ ਨੇ ਭਾਈ।
ਮਸੱਕਤ ਦੇ ਸੰਸਾਰ 'ਚੋਂ ਨਿਕਲ ਜਾਂਦੇ, ਜਿਨ੍ਹਾਂ ਦਾ ਧਿਆਨ ਕੇਂਦਰ ਹੋ ਜਾਂਦਾ। ਗੁਰ ਸ਼ਬਦ 'ਚੋਂ ਆਪਾਂ ਨੂੰ ਕੀ ਮਿਲੂ? ਪਹਿਲਾਂ ਗਿਆਨ, ਪਹਿਲਾ ਪਦਾਰਥ ਆਪਣਾ ਗਿਆਨ ਪਦਾਰਥ ਨਾਮ ਹੈ, ਫਿਰ ਮੁਕਤੀ, ਫਿਰ ਆਪਣਾ ਧਿਆਨ ਲੱਗਣਾ। ਆਪਾਂ ਸਿੱਧਾ ਹੀ ਧਿਆਨ ਲਾਉਂਦੇ, ਸਾਰੀਆਂ ਮੱਤਾਂ ਧਿਆਨ ਲਾਉਂਦੀਆਂ ਨੇ। ਕਿਵੇਂ ਧਿਆਨ ਲੱਗੂ ਭਾਈ? ਜਿਹੜੀ ਚੀਜ਼ ਸਾਨੂੰ ਅੱਖਾਂ ਨਾਲ ਦੀਂਦੀ ਨਹੀਂ, ਉਹਦੇ ਨਾਲ ਧਿਆਨ ਕਿਵੇਂ ਲੱਗੂਗਾ? ਬਾਣੀ ਉਹ ਗਿਆਨ ਕਰਾਉਂਦੀ ਆ ਆਪਾਂ ਨੂੰ। ਇਹ ਯੁਗ ਮੇ ਇੱਕ ਏਕੋ ਆਇਆ, ਜਨਮਤ ਮੋਇਆ ਮੂਣੀ ਮਾਇਆ। ਮਾਇਆ ਨੇ ਮੋਹ ਲਿਆ, ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾ ਰਹੀ ਹੈ ਇੱਕ ਦਾ। ਇੱਕ ਹੁਣ ਆਪਾਂ ਆਏ ਹਾਂ, ਇੱਕ ਦੇ ਗੁਣਾਂ ਬਾਰੇ ਆਪਾਂ ਪਿੱਛੇ ਵਿਚਾਰ ਕੀਤੀ, ਹੁਣ ਇੱਕ ਦੀ ਖੇਲ ਸ਼ੁਰੂ ਹੋ ਗਈ ਆ। ਇੱਥੋਂ ਸੰਸਾਰ ਦੀ ਹਾਲਤ ਬਾਰੇ ਸਤਿਗੁਰ ਸਮਝਾਉਂਦੇ ਨੇ ਵੀ ਜੀਵ ਦੇ ਅੰਦਰ ਜਿਹੜੀ ਚਿੰਤਾ ਪੈਦਾ ਹੁੰਦੀ ਹੈ, ਕਿਉਂ? ਸੋਚਣ ਨਾ। ਸੰਸਾਰੀ ਜੀਵ ਆ, ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਚਿੰਤਾ 'ਚ ਪੈ ਜਾਂਦੇ ਹਾਂ। ਕਿਸੇ ਵੀ ਵਿਧੀ ਨੂੰ ਅਸੀਂ ਰੱਟ ਕੇ ਪਾਉਣਾ ਚਾਹੁੰਦੇ ਹਾਂ, ਖਿਆਲ ਨਾ ਪਾਉਣਾ ਚਾਹੁੰਦੇ ਹਾਂ। ਨਹੀਂ, ਸੱਚ ਇਹੀ ਹੈ ਗੁਰ ਸ਼ਬਦ ਦਾ ਗਿਆਨ। ਗੁਰਬਾਣੀ ਹੀ ਜਗ ਮੇ ਚਾਨਣ, ਕਰਮ ਵਸੇ ਮਨ। ਇਹ ਕਿਰਪਾ ਨਾਲ ਮਨ 'ਚ ਵਸਣੀ ਆ। ਇੱਕ ਲਾਈਟ ਹੈ, ਗਿਆਨ ਦਾ ਚਾਨਣ ਹੈ। ਆਪਾਂ ਰਹਿ ਰਸ ਵੀ ਪੜ੍ਹਦੇ ਹਾਂ, ਗੁਰਸਾਖੀ ਜੋਤ ਪ੍ਰਗਟ ਹੋਏ। ਜੋਤ ਕਿਵੇਂ ਪ੍ਰਗਟ ਹੋਣੀ ਹੈ? ਗਿਆਨ ਦੀ, ਗੁਰੂ ਦੀ ਸਿੱਖਿਆ, ਬਾਣੀ ਲੈਂਦੇ ਰਹਿਣਾ। ਸਾਡਾ ਸਾਰਾ ਜੀਵਨ ਗੁਰੂ ਦੇ ਚਰਨਾਂ 'ਚ ਬਾਣੀ ਨਾਲ ਨਿਕਲ ਜਾਵੇ, ਸੁਣਦਿਆਂ ਵਿਚਾਰਦਿਆਂ, ਫਿਰ ਇਹ ਜੋਤ ਪ੍ਰਾਪਤ ਹੁੰਦੀ ਹੈ। ਫਿਰ ਸਾਰੀ ਇਹ ਖੇਲ ਸਮਝ ਆਉਂਦੀ ਹੈ। ਫਿਰ ਸਮਝ ਆਉਂਦਾ ਸਾਨੂੰ ਸਾਡਾ ਸੰਸਾਰ 'ਤੇ ਆਉਣ ਦਾ ਕੀ ਕਾਰਨ ਹੈ। ਪਿੱਛੇ ਆਪਾਂ ਵਿਚਾਰਿਆ ਆਇਆ ਸੁਣਨ ਪੜ੍ਹਨ ਕੋ ਬਾਣੀ। ਸੁਣਨੀ ਤਾਂ ਕਿੱਥੇ ਸੀ, ਆਪਾਂ ਤਾਂ ਸੁਣਾਉਣ ਲੱਗ ਗਏ। ਕਬੀਰ ਔਰੋਂ ਕੋ ਉਪਦੇਸ਼ ਤੇ ਮੁਖ ਮੇ ਪਰ ਹੈ ਰੇਤ, ਰਾਸ ਬਰਾਨੀ ਰਾਖਤੇ ਖਾਇਆ ਕਰ ਕਾ ਖੇਤ। ਆਪਦੇ ਜੀਵਨ ਬਾਰੇ ਸਾਨੂੰ ਗਿਆਨ ਨਹੀਂ ਹੁੰਦਾ, ਅਸੀਂ ਦੂਏ ਨੂੰ ਸਮਝਾਉਣ ਲੱਗ ਜਾਂਦੇ। ਫਿਰ ਉਹ 'ਚੋਂ ਹੰਕਾਰ ਪੈਦਾ ਹੋ ਜਾਂਦਾ। ਫਿਰ ਉਜਲ ਪਹਿਰੇ ਕਾਪਰੇ ਕਬੀਰ, ਪਾਨ ਸੁਪਾਰੀ ਖਾਏ ਇੱਕ ਸਰ ਕੇ ਨਾਮ ਬਿਨ ਬੰਦੇ ਜੰਮ। ਪਰ ਸਾਰਿਆਂ ਨੂੰ ਫਿਰ ਕਹਿੰਦੇ ਜੰਮ ਬਣ ਕੇ ਲੈ ਜਾਂਦਾ। ਫਿਰ ਕੀ ਖੱਟਿਆ ਆਪਾਂ ਪਾਏ? ਇਹ ਆਪਾਂ ਵਿਧੀ ਅਪਣਾਉਣੀ ਆ। ਇੱਥੋਂ ਸੰਸਾਰ ਦੀ ਹਾਲਤ ਬਾਰੇ ਜੋ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਇਹ ਤੋਂ ਆਪਾਂ ਉੱਪਰ ਉੱਠਣਾ। ਗੁਰ ਕੇ ਚਰਨ ਬਾਣੀ ਨਾਲ ਜੁੜ ਕੇ, ਗੁਰ ਸ਼ਬਦ ਦਾ ਗਿਆਨ ਲੈ ਕੇ, ਫਿਰ ਇਹ ਜੀਵ ਸਚਿਆਰ ਹੁੰਦਾ। ਫਿਰ ਇਹਦਾ ਮਨ ਭਾਣੇ 'ਚ ਆਉਂਦਾ। ਅੱਗੇ ਸਤਿਗੁਰ ਸਮਝਾਉਂਦੇ ਆ ਕਿ ਸਚਿਆਰਾ ਹੋਈਏ ਕਿ ਕੂੜੇ ਟੁੱਟੇ ਪਾਲ। ਇਹੀ ਤਾਂ ਵਿਧੀ ਹੈ ਭਾਈ ਸਚਿਆਰ ਹੋਣ ਦੀ। ਮਨ ਧੋਵੋ ਗੁਰ ਸ਼ਬਦ ਲਾਗੋ, ਹਰਿ ਸਿਉ ਰਹੋ ਚਿਤ ਲਾਵੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਮਨ ਭਾਣੇ 'ਚ ਆ ਜਾਵੇ। ਜੋ ਸੰਸਾਰ 'ਚ ਹੋ ਰਿਹਾ, ਸਾਡੇ ਨਾਲ ਹੋ ਰਿਹਾ, ਉਹੀ ਤਾਂ ਉਹਦਾ ਹੁਕਮ ਹੈ। ਇਹਨੂੰ ਮੰਨ ਲੈਣਾ ਸਾਡੀ ਮਨਬੁੱਧੀ ਦਾ ਵਿਸ਼ਾ ਨਹੀਂ। ਇਹੀ ਤਾਂ ਭਗਤੀ ਹੈ ਭਾਈ। ਮਨ ਨੂੰ ਘੂਰ ਕੇ ਰੱਖਣਾ, ਮਨ ਨੂੰ ਭਾਣੇ 'ਚ ਰੱਖਣਾ। ਪਰ ਮਨ ਤਾਂ ਟਿਕਦਾ ਹੀ ਨਹੀਂ, ਇੱਕ ਸਕਿੰਟ ਵੀ ਨਹੀਂ ਟਿਕਦਾ। ਕਬੀਰ ਮਨ ਪੰਖੀ ਪਿਓ ਦਹਿ ਦੇ ਸੁੱਟ ਜਾਏ। ਜਿੰਨੀਆਂ ਵਿਧੀਆਂ ਨੇ ਸਾਰੀਆਂ ਮਾਨਵ ਸੋਚਾਂ ਨੇ। ਇੱਕ ਹੀ ਵਿਧੀ ਹੈ ਨਿਕਲਣ ਦੀ, ਫਾਸਣ ਕੀ ਵਿਧ ਸਭ ਕੋ ਜਾਣੇ, ਛੁੱਟਣ ਕੀ ਕੋਈ। ਆਪਾਂ ਅਪਣਾਉਣੀ ਆ ਭਾਈ। ਉਹ ਕਿਵੇਂ ਆਪਾਂ ਨੂੰ ਪ੍ਰਾਪਤੀ ਹੋਊ? ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਗੋਪਾਲ ਰਾਏ ਦੇ ਗੁਣ ਨੇ ਭਾਈ, ਗੁਰੂ ਭਗਤ ਸਾਹਿਬਾਨਾਂ ਨੇ ਆਪਾਂ ਨੂੰ ਦਿੱਤੇ ਨੇ। ਇਹ ਆਪਾਂ ਗੁਰ ਕੀ ਚਰਨ ਬਾਣੀ ਨਾਲ ਜੁੜ ਕੇ ਇਹਦੀ ਪ੍ਰਾਪਤੀ ਪਹਿਲਾਂ ਕਰਨੀ ਹੈ, ਫਿਰ ਗੁਣ ਗਾਏ ਜਾਂਦੇ ਨੇ। ਪਹਿਲਾਂ ਤਾਂ ਆਪ ਸਮਝਣਾ, ਫਿਰ ਦੂਏ ਨੂੰ ਸਮਝਾਉਣਾ। ਇਹੀ ਸੇਵਾ ਸਭ ਤੋਂ ਵੱਡੀ। ਹਰ ਕਾ ਨਾਮ ਧਿਆਏ ਸੁਣ, ਸਭਨਾਂ ਨੂੰ ਕਰਦਾ। ਉਹ ਅਵਸਥਾ 'ਚ ਜਾ ਕੇ ਸਮਦ੍ਰਿਸ਼ਟੀ ਜੀਵਾਤਮਾ ਹੁੰਦੀ ਹੈ। ਫਿਰ ਮਨ ਭਾਣੇ 'ਚ ਆਉਂਦਾ। ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਹੇ ਜੀਵ, ਜੋ ਸੰਸਾਰ 'ਚ ਹੋ ਰਿਹਾ, ਤੂੰ ਇਹ ਮੰਨ ਲੈ ਕਿ ਸਾਰਾ ਕੁਛ ਉਹਦਾ ਹੁਕਮ ਹੈ। ਪਰ ਮਨ ਮੰਨਦਾ ਨਹੀਂ ਹੈਗਾ। ਕਿਵੇਂ ਮੰਨੂਗਾ ਇਹ? ਗੁਰ ਸ਼ਬਦ ਦੇ ਗਿਆਨ। ਉਹੀ ਤਾਂ ਵਿਧੀ ਹੈ ਭਾਈ ਆਪਾਂ ਅਪਣਾਉਣੀ। ਗਿਆਨ ਕਾ ਬੱਧਾ ਮਨ ਰਹੇ, ਗੁਰ ਬਿਨ ਗਿਆਨ ਨਾ ਹੋਏ। ਗੁਰ ਸ਼ਬਦ ਤੋਂ ਬਿਨਾਂ ਗਿਆਨ ਨਹੀਂ ਹੋਣਾ। ਗਿਆਨ ਤੋਂ ਬਿਨਾਂ ਮਨ ਨੇ ਨਹੀਂ ਟਿਕਣਾ। ਮਨ ਟਿਕੇ ਤੋਂ ਬਿਨਾਂ ਕਾਲ ਨੇ ਨਹੀਂ ਛੱਡਣਾ। ਸਾਡਾ ਸੰਸਾਰ 'ਤੇ ਆਉਣਾ ਫਿਰ ਨਿਸਫਲ ਹੋ ਜਾਂਦਾ ਹੈ। ਜਿੰਨੇ ਅਸੀਂ ਧਰਮ ਕਰਮ ਕਰਦੇ ਹਾਂ ਸਾਰੇ ਸਰੀਰ ਕਰਕੇ, ਫਿਰ ਪ੍ਰਾਪਤੀ ਕਿਵੇਂ ਹੋਊਗੀ? ਆਇਆ ਸੁਣ ਪੜ੍ਹਨ ਕੋ ਬਾਣੀ। ਸੁਣਨੀ ਹੈ, ਸੁਣਨ ਦੀ ਵਿਧੀ ਹੈ, ਫਿਰ ਵਿਚਾਰਨੀ ਹੈ। ਆਓ ਮਿਲ ਕੇ ਆਪਾਂ ਇਹ ਵਿਚਾਰਧਾਰਾ ਨਾਲ ਜੁੜੀਏ। ਇਹ ਪਹਿਲੀ ਪੌੜੀ ਸੀ 5ਵੇਂ ਭਾਗ 'ਚ। ਆਪਾਂ ਇਹਦੀ ਵਿਚਾਰ ਲਈ ਜਿੰਨੀ ਆਪਾਂ ਨੂੰ ਕੁਦਰਤ ਨੇ ਮੱਤ ਬਖਸ਼ੀ, ਇਹ ਵਿਚਾਰਧਾਰਾ ਨਾਲ ਆਪਾਂ ਜੁੜੀਏ। ਆਪਣਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਭਾਣੇ 'ਚ ਲਿਆਉਣਾ ਮਨ ਨੂੰ, ਇਹੀ ਵਿਧੀ ਹੈ, ਇਹੀ ਭਗਤੀ ਹੈ। ਮਨ ਵਸਾਵੇ ਨਾਨਕਾ, ਇਹ ਪੂਰਨ ਕਿਰਪਾ ਹੋਈ। ਇਹ ਕਿਰਪਾ ਆਪਾਂ ਲੈਣੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।